ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਖਾਮੋਸ਼ ਸੰਸਦ ਦੀ ਕਹਾਣੀ। ਦੋਸਤੋ, ਸਾਡੇ ਭਾਰਤੀ ਨਿਆਂ ਪ੍ਰਣਾਲੀ 'ਚ ਕਹਿ ਲਈਏ ਜਾਂ ਦੇਸ਼ ਦੇ ਵਿਕਾਸ ਲਈ ਕਹਿ ਲਈਏ, ਸਾਡੀ ਲੋਕ ਸਭਾ ਦਾ ਰਾਜ ਸਭਾ ਦਾ ਬਹੁਤ ਵੱਡਾ ਹੱਥ ਹੁੰਦਾ ਹੈ, ਕਿਉਂਕਿ ਸਾਰੇ ਫੈਸਲੇ ਜਿਹੜੇ ਨੇ ਉਹ ਲੋਕ ਸਭਾ ਤੇ ਰਾਜ ਸਭਾ ਵੱਲੋਂ ਲਏ ਜਾਂਦੇ ਨੇ। ਉਸ ਤੋਂ ਬਾਅਦ ਹੀ ਦੇਸ਼ ਦੇ ਵਿੱਚ ਨਵੀਆਂ ਨੀਤੀਆਂ ਲਾਗੂ ਹੁੰਦੀਆਂ ਨੇ, ਨਵੇਂ ਕੰਮਕਾਰ ਕੀਤੇ ਜਾਂਦੇ ਨੇ, ਦੇਸ਼ ਹੋਰ ਤਰੱਕੀ ਦੇ ਰਾਹ ਤੇ ਵੱਧਦਾ ਹੈ। ਪਰ ਜੇ ਗੱਲ ਕਰਦੇ ਹਾਂ ਤਾਂ ਸਾਡੀ ਦੇਸ਼ ਦੀ ਲੋਕ ਸਭਾ ਦੀ, ਰਾਜ ਸਭਾ ਦੀ, ਤਾਂ ਇੱਕ ਚੀਜ਼ ਸਪਸ਼ਟ ਤੌਰ ਤੇ ਦੇਖਣ ਨੂੰ ਮਿਲਦੀ ਹੈ ਵੀ ਕਿ ਸਾਡੇ ਲੋਕਾਂ ਵੱਲੋਂ ਚੁਣ ਕੇ ਭੇਜੇ ਹੋਏ ਨੁਮਾਇੰਦੇ ਉੱਥੇ ਜਾ ਕੇ ਲੋਕਾਂ ਦਾ ਪੱਖ ਰੱਖਣ ਦੀ ਥਾਂ ਤੇ ਕਿਵੇਂ ਆਪਣੀ ਮਨਮਰਜ਼ੀਆਂ ਕਰਦੇ ਨੇ, ਪਾਰਟੀ ਦੀ ਨੀਤੀਆਂ ਨੂੰ ਲੈ ਕੇ ਕਹਿ ਲਓ ਜਾਂ ਆਪਣੇ ਨਿੱਜੀ ਤੌਰ ਤੇ ਜੇ ਸਵਾਰਥ ਨੂੰ ਲੈ ਕੇ ਕਹਿ ਲਓ, ਕਿਸ ਤਰ੍ਹਾਂ ਜਿਹੜਾ ਨੇ ਉਹ ਦੇਸ਼ ਦੇ ਜਿਹੜਾ ਹੈਗਾ 140 ਕਰੋੜ ਲੋਕਾਂ ਨੂੰ ਜਿਹੜਾ ਹੈਗਾ ਨਜ਼ਰ ਅੰਦਾਜ਼ ਕਰ ਦਿੰਦੇ ਨੇ, ਭੁੱਲ ਜਾਂਦੇ ਨੇ। ਤੇ ਇਸੇ ਕਰਕੇ ਜਿਹੜਾ ਹੈਗਾ ਜਿਹੜੀ ਲੋਕ ਸਭਾ 'ਚ ਲੋਕਾਂ ਦੇ ਹਿੱਤ 'ਚ ਬਹਿਸ ਕੀਤੀ ਜਾਣੀ ਚਾਹੀਦੀ ਹੈ, ਚਰਚਾ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਦੇਸ਼ ਤਰੱਕੀ ਦੇ ਰਾਹ ਤੇ ਅੱਗੇ ਵੱਧ ਸਕੇ। ਪਰ ਸਾਡੀ ਸੰਸਦ ਦੇ ਵਿੱਚ ਹੁੰਦਾ ਬਿਲਕੁਲ ਹੀ ਉਲਟ ਹੈ। ਉੱਥੇ ਸਾਰੀ ਰਾਜਨੀਤਿਕ ਪਾਰਟੀਆਂ, ਚਾਹੇ ਉਹ ਸੱਤਾਧਾਰੀ ਧਿਰ ਹੋਵੇ ਚਾਹੇ ਵਿਰੋਧੀ ਧਿਰ ਹੋਵੇ, ਉਹ ਛੋਟੀ ਛੋਟੀ ਗੱਲਾਂ ਤੇ ਇੱਕ ਦੂਜੇ ਨਾਲ ਲੜ ਪੈਂਦੇ ਨੇ, ਝਗੜ ਪੈਂਦੇ ਨੇ। ਝਗੜਾ ਵੀ ਕੋਈ ਇਸ ਤਰ੍ਹਾਂ ਨਹੀਂ ਹੈ ਮੌਖਿਕ ਤੌਰ ਤੇ, ਕੋਈ ਜਿਹੜਾ ਹੈਗਾ ਕਿਸੇ ਲੌਜਿਕ ਤੇ ਹੋਵੇ, ਕਿਸੇ ਮੁੱਦੇ ਤੇ ਹੋਵੇ। ਛੋਟੀਆਂ ਛੋਟੀਆਂ ਗੱਲਾਂ ਤੇ ਇੱਕ ਦੂਜੇ ਨੂੰ ਹੇਠਿਆਂ ਦਿਖਾਉਣ ਲਈ ਜਿਹੜਾ ਹੈਗਾ ਉਹ ਲੜ ਪੈਂਦੇ ਨੇ ਤੇ ਵਾਕਆਊਟ ਕਰਕੇ ਚਲੇ ਜਾਂਦੇ ਨੇ, ਜਿਸ ਤੋਂ ਬਾਅਦ ਸੰਸਦ ਦਾ ਕੰਮ ਉਸ ਹਿਸਾਬ ਸਿਰ ਨਹੀਂ ਹੁੰਦਾ ਜਿਵੇਂ ਹੋਣਾ ਚਾਹੀਦਾ। ਜੇ ਆਪਾਂ ਮੌਜੂਦਾ ਸਮੇਂ ਦੇ ਵਿੱਚ ਨਜ਼ਰ ਮਾਰੀਏ ਤਾਂ ਸਾਡੇ ਦੇਸ਼ ਦੀ ਸੰਸਦ ਪਿਛਲੇ ਕਈ ਦਿਨਾਂ ਤੋਂ ਬੰਦ ਪਈ ਹੈ, ਜਿਸ ਦੇ ਕਈ ਕਾਰਨ ਰਹਿ ਰਹੇ ਨੇ। ਸਭ ਕੁਝ ਹੋ ਰਿਹਾ, ਪਰ ਸੰਸਦ ਦਾ ਬੰਦ ਰਹਿਣਾ ਜਿਹੜਾ ਹੈਗਾ ਕਿਤੇ ਨਾ ਕਿਤੇ ਸਾਡੇ ਦੇਸ਼ ਦੀ ਤਰੱਕੀ ਨੂੰ ਅੱਗੇ ਵਧਣ ਤੋਂ ਰੋਕਦਾ ਹੈ। ਕਿਉਂਕਿ ਜੇ ਸੰਸਦ ਬੈਠੇਗੀ ਨਹੀਂ, ਸੰਸਦ ਦਾ ਸੈਸ਼ਨ ਹੀ ਨਹੀਂ ਹੋਵੇਗਾ, ਤਾਂ ਕਿਵੇਂ ਵਿਚਾਰ ਚਰਚਾ ਹੋਵੇਗੀ, ਕੋਈ ਫੈਸਲੇ ਲਏ ਜਾ ਸਕਣਗੇ। ਇਹ ਬਹੁਤ ਹੀ ਮੰਦਭਾਗੀ ਗੱਲ ਹੈ, ਸੰਸਦ ਦਾ ਜਿਹੜਾ ਹੈਗਾ ਕੰਮਕਾਜ ਠੱਪ ਹੋਣਾ। ਪਰ ਜੇ ਗੱਲ ਕਰੀਏ ਤਾਂ ਇਸ ਦੇ ਪਿੱਛੇ ਕਈ ਕਾਰਨ ਰਹਿ ਰਹੇ ਨੇ, ਕਿਉਂਕਿ ਜਿਸ ਦਿਨ ਤੋਂ ਸਾਡੀ ਦੇਸ਼ ਦੀ ਸੰਸਦ ਲੱਗ ਰਹੀ ਸੀ, ਬਜਟ ਸੈਸ਼ਨ ਹੋਇਆ, ਬਜਟ ਪੇਸ਼ ਕੀਤਾ ਗਿਆ, ਸਾਰਾ ਕੁਝ ਹੁੰਦਾ ਹੈ, ਤਾਂ ਇਸੇ ਦੌਰਾਨ ਜਿਹੜਾ ਹੈਗਾ ਸਾਡੇ ਵਿਰੋਧੀ ਧਿਰ, ਚਾਹੇ ਉਹ ਉੱਚ ਕਾਂਗਰਸ ਪਾਰਟੀ ਵੀ ਹੈ, ਹੋਰ ਵੀ ਹੈ, ਵੱਖ-ਵੱਖ ਧਿਰਾਂ ਸ਼ਾਮਲ ਨੇ, ਉਹਨਾਂ ਸਾਰੀਆਂ ਸਿਆਸੀ ਧਿਰਾਂ ਵੱਲੋਂ, ਉਹਨਾਂ ਦੇ ਨੁਮਾਇੰਦਿਆਂ ਵੱਲੋਂ ਜਿਹੜਾ ਹੈਗਾ ਦੇਸ਼ ਦੇ ਵਿੱਚ ਅਡਾਨੀ ਦੇ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਚੁੱਕਿਆ ਗਿਆ। ਉਹਨਾਂ ਨੇ ਕਿਹਾ ਵੀ ਕਿ ਹਿਡਨਬਰਗ ਦੀ ਜਿਹੜੀ ਰਿਪੋਰਟ ਆਈ ਸੀ ਇੱਕ, ਉਸ ਰਿਪੋਰਟ ਅਨੁਸਾਰ ਜਿਹੜਾ ਹੈਗਾ ਅਡਾਨੀਆਂ ਨੂੰ ਕੀ ਕੁਝ ਜਿਹੜਾ ਹੈਗਾ ਇਸ ਟਾਈਮ ਕੇਂਦਰ ਸਰਕਾਰ ਲਾਹਾ ਦੇ ਰਹੀ ਹੈ, ਕੀ ਲਾਭ ਦੇ ਰਹੀ ਹੈ, ਇਹ ਸਾਰੀ ਚੀਜ਼ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤਾ ਗਿਆ। ਤੇ ਉਹਨਾਂ ਕਿਹਾ ਵੀ ਕਿ ਅਡਾਨੀ ਦੇ ਮੁੱਦੇ ਤੇ ਜਿਹੜੀ ਹੈਗੀ ਹੈ ਇਸ ਤੇ ਬਹਿਸ ਹੋਣੀ ਚਾਹੀਦੀ ਹੈ, ਇਸ ਤੇ ਚਰਚਾ ਹੋਣੀ ਚਾਹੀਦੀ ਹੈ। ਪਰ ਜੇ ਗੱਲ ਕਰੀਏ ਤਾਂ ਸਾਡੀ ਮੌਜੂਦਾ ਸੱਤਾਧਾਰੀ ਧਿਰ ਜਿਹੜੀ ਹੈਗੀ ਹੈ ਉਹ ਇਸ ਮੁੱਦੇ ਤੇ ਗੱਲਬਾਤ ਕਰਨ ਨੂੰ ਤਿਆਰ ਹੀ ਨਹੀਂ ਸੀਗੀ, ਕੁਝ ਵੀ ਨਹੀਂ ਸੀਗੀ, ਬਲਕਿ ਜਿਹੜਾ ਹੈਗਾ ਉਹ ਇਸ ਮੁੱਦੇ ਨੂੰ ਜਿਹੜਾ ਹੈਗਾ ਟਾਲਣ ਦੀ ਕੋਸ਼ਿਸ਼ਾਂ ਕਰ ਰਹੇ ਸੀਗੇ। ਤੇ ਦੂਜੇ ਪਾਸੇ ਜੇ ਦੇਖੀਏ ਤਾਂ ਕੇਂਦਰ ਸਰਕਾਰ ਦੇ ਇਹੋ ਜਿਹੇ ਰਵੱਈਏ ਨੂੰ ਦੇਖਦੇ ਸਮੇਂ-ਸਮੇਂ ਤੇ ਵਿਰੋਧੀ ਧਿਰ ਜਿਹੜਾ ਹੈਗਾ ਵਾਕਆਊਟ ਕਰਦਾ ਰਿਹਾ, ਉੱਥੋਂ ਬਾਹਰ ਜਾਂਦਾ ਰਿਹਾ। ਪਰ ਸੰਸਦ ਦੇ ਵਿੱਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵੱਲੋਂ ਜਿਹੜਾ ਹੈਗਾ ਅਡਾਨੀ ਗਰੁੱਪ ਬਾਰੇ ਇੱਕ ਜਿਹੜਾ ਹੈਗਾ ਵਿਚਾਰ ਚਰਚਾ ਕੀਤੀ ਗਈ। ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਅਡਾਨੀ ਗਰੁੱਪ ਦਾ ਜ਼ਿਕਰ ਕੀਤਾ, ਭਾਵੇਂ ਕਿ ਉੱਥੇ ਲੋਕ ਸਭਾ ਦੇ ਸਪੀਕਰ ਵੱਲੋਂ ਰਾਹੁਲ ਗਾਂਧੀ ਦੀ ਅਡਾਨੀ ਗਰੁੱਪ ਬਾਰੇ ਜਿੰਨੀ ਵੀ ਸਪੀਚ ਸੀਗੀ, ਜੋ ਵੀ ਉਹਨਾਂ ਨੇ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ, ਉਹਨਾਂ ਨੇ ਰਿਕਾਰਡ 'ਚੋਂ ਬਾਹਰ ਕਢਵਾ ਦਿੱਤਾ, ਜਿਸ ਤੋਂ ਕਾਂਗਰਸ ਪਾਰਟੀ ਬਹੁਤ ਗੁੱਸੇ 'ਚ ਆਈ। ਉਹਨਾਂ ਨੇ ਮੁੜ ਜਿਹੜਾ ਹੈਗਾ ਉੱਥੇ ਹੰਗਾਮਾ ਕੀਤਾ, ਵਾਕਆਊਟ ਕੀਤਾ। ਇਹੋ ਜਿਹਾ ਇੱਕ ਵਾਰ ਨਹੀਂ ਕਈ ਵਾਰ ਹੋਇਆ, ਜਿਸ ਦੇ ਸਦਕਾ ਜਿਹੜਾ ਹੈਗਾ ਸਮੇਂ-ਸਮੇਂ ਤੇ ਸੰਸਦ ਜਿਹੜੀ ਹੈਗੀ ਹੈ ਭੰਗ ਹੁੰਦੀ ਰਹੀ, ਜਾਂ ਕੁਝ ਸਮੇਂ ਲਈ ਆਰਜੀ ਤੌਰ ਤੇ ਜਿਹੜਾ ਹੈਗਾ ਸੰਸਦ ਨੂੰ ਉੱਥੋਂ ਉਠਾ ਦਿੱਤਾ ਗਿਆ। ਇਸ ਤਰ੍ਹਾਂ ਤੋਂ ਬਾਅਦ ਜਿਹੜਾ ਹੈਗਾ ਸੁਪਰੀਮ ਕੋਰਟ ਵੱਲੋਂ ਅਡਾਨੀ ਦੇ ਮੁੱਦੇ ਤੇ ਇੱਕ ਕਮੇਟੀ ਬਣਾਈ ਗਈ, ਉਸ ਕਮੇਟੀ ਵੱਲੋਂ ਸਾਰੇ ਮਾਮਲੇ ਤੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ। ਪਰ ਜੇ ਦੇਖੀਏ ਤਾਂ ਇਹ ਸੀ ਸੰਸਦ ਦੀ ਕਾਰਵਾਈ। ਪਰ ਉਸ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ ਜਿਹੜਾ ਹੈਗਾ ਵਿਦੇਸ਼ ਵਿੱਚ ਜਾਇਆ ਜਾਂਦਾ, ਉੱਥੇ ਕੈਂਬਰਿਜ ਯੂਨੀਵਰਸਿਟੀ ਦਾ ਇੱਕ ਸਮਾਗਮ ਹੈ, ਜਿੱਥੇ ਰਾਹੁਲ ਗਾਂਧੀ ਜਾਂਦੇ ਨੇ। ਉੱਥੇ ਸਾਡੇ ਦੇਸ਼ ਦੀ ਜਿਹੜਾ ਹੈਗਾ ਪ੍ਰਕਿਰਿਆ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕਦੇ ਨੇ। ਉਹ ਕਹਿੰਦੇ ਨੇ ਵੀ ਕਿ ਭਾਰਤ ਦੇਸ਼ ਦੇ ਵਿੱਚ ਜਮਹੂਰੀਅਤ ਜਿਹੜੀ ਹੈਗੀ ਖਤਮ ਹੋ ਚੁੱਕੀ ਹੈ, ਜਿਹੜਾ ਹੈਗਾ ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਚੁੱਕਦੇ ਨੇ। ਤੇ ਰਾਹੁਲ ਗਾਂਧੀ ਦੀ ਇਹੋ ਜਿਹੀ ਉੱਥੇ ਵਿਦੇਸ਼ ਦੇ ਵਿੱਚ ਜਾ ਕੇ ਇਹੋ ਜਿਹੀ ਸ਼ਬਦਾਵਲੀ ਵਰਤਣ ਦਾ ਭਾਰਤੀ ਜਨਤਾ ਪਾਰਟੀ ਵੱਲੋਂ ਦੇਸ਼ ਭਰ ਦੇ ਵਿੱਚ ਵਿਰੋਧ ਹੁੰਦਾ ਹੈ।
ਉਹ ਕਹਿੰਦੇ ਨੇ ਵੀ ਕਿ ਸਾਡੇ ਦੇਸ਼ ਦੀ ਜਮਹੂਰੀਅਤ ਦੇ ਬਾਰੇ ਵਿਦੇਸ਼ੀ ਧਰਤੀ ਤੇ ਜਾ ਕੇ ਗੱਲਬਾਤ ਕਰਨਾ ਠੀਕ ਨਹੀਂ ਹੈ। ਇਹ ਰਾਹੁਲ ਗਾਂਧੀ ਨੇ ਗਲਤ ਕੀਤਾ ਹੈ, ਇਹੋ ਜਿਹਾ ਨਹੀਂ ਕਰਨਾ ਚਾਹੀਦਾ। ਜਿਸ ਦਾ ਵਿਰੋਧ ਭਾਜਪਾ ਕਰਦੀ ਹੈ ਤੇ ਭਾਜਪਾ ਜ਼ੋਰ ਸ਼ੋਰ ਨਾਲ ਪ੍ਰਚਾਰ ਕਰਦੀ ਹੈ ਵੀ ਕਿ ਰਾਹੁਲ ਗਾਂਧੀ ਨੂੰ ਇਸ ਗੱਲ ਬਾਰੇ ਮਾਫੀ ਮੰਗਣੀ ਚਾਹੀਦੀ ਹੈ ਵੀ ਕਿ ਉਹਨਾਂ ਨੇ ਸਾਡੇ ਦੇਸ਼ ਦੀ ਜਮਹੂਰੀਅਤ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਖੁਦ ਇਹੋ ਜਿਹੀ ਸ਼ਬਦਾਵਲੀ ਵਰਤੀ ਹੈ। ਇਹ ਦੇਸ਼ ਵਿਰੋਧੀ ਜਿਹੜਾ ਹੈਗਾ ਉਹਨਾਂ ਨੇ ਕੰਮ ਕੀਤਾ, ਇਹ ਭਾਜਪਾ ਵੱਲੋਂ ਦੋਸ਼ ਲਗਾਇਆ ਗਿਆ। ਪਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਸੱਤਾਧਾਰੀ ਧਿਰ ਨੇ ਜਿੱਥੇ ਕੀ ਇਹਨੇ ਇਹ ਦੋਸ਼ ਲਗਾਏ, ਹੰਗਾਮਾ ਕੀਤਾ, ਉੱਥੇ ਹੀ ਸੱਤਾਧਾਰੀ ਧਿਰ ਵੱਲੋਂ ਵੀ ਜਿਹੜਾ ਹੈਗਾ ਜਦੋਂ ਤੱਕ ਮਾਫੀ ਨਹੀਂ ਮੰਗਦੇ ਸੰਸਦ ਦਾ ਸੈਸ਼ਨ ਅੱਗੇ ਨਾ ਚਲਾਉਣ ਦੀ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਵੀ ਕਿ ਸੰਸਦ 'ਚ ਕੋਈ ਵਿਚਾਰ ਚਰਚਾ ਨਹੀਂ ਹੋਵੇਗੀ, ਕੋਈ ਗੱਲਬਾਤ ਨਹੀਂ ਹੋਵੇਗੀ। ਇਸ ਤੋਂ ਬਾਅਦ ਜਿਹੜਾ ਹੈਗਾ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸੰਸਦ ਜਿਹੜੀ ਹੈਗੀ ਹੈ ਬੰਦ ਪਈ ਹੈ, ਉੱਥੇ ਖਾਮੋਸ਼ੀ ਜਿਹੜੀ ਹੈਗੀ ਪਸਰੀ ਹੋਈ ਹੈ। ਪਰ ਦੂਜੇ ਪਾਸੇ ਗੱਲ ਕਰੀਏ ਤਾਂ ਸੰਵਿਧਾਨਕ ਮਰਿਆਦਾ ਅਨੁਸਾਰ ਕਦੇ ਵੀ ਸੱਤਾਧਾਰੀ ਧਿਰ ਨੂੰ ਇਹੋ ਜਿਹਾ ਨਹੀਂ ਚਾਹੀਦਾ ਹੁੰਦਾ ਵੀ ਕਿ ਉਹ ਇਸ ਤਰ੍ਹਾਂ ਜਿਹੜਾ ਹੈਗਾ ਸੰਸਦ ਦੇ ਵਿੱਚ ਉਹ ਉਸਦਾ ਰਵੱਈਆ ਇਸ ਤਰ੍ਹਾਂ ਦਾ ਹੋਵੇ, ਜਦੋਂ ਕਿ ਸੱਤਾਧਾਰੀ ਧਿਰ ਦਾ ਫਰਜ਼ ਬਣਦਾ ਵੀ ਕਿ ਉਹ ਸੰਸਦ ਦੀ ਕਾਰਵਾਈ ਨੂੰ ਜਿਹੜਾ ਹੈਗਾ ਅੱਗੇ ਚਲਾਵੇ। ਜੇਕਰ ਇਹੋ ਜਿਹਾ ਕੋਈ ਵੀ ਮੁੱਦਾ ਸਾਹਮਣੇ ਆਉਂਦਾ ਵੀ ਹੈ ਤਾਂ ਉਸ ਬਾਰੇ ਬੈਠ ਕੇ ਉੱਥੇ ਵਿਚਾਰ ਚਰਚਾ ਕੀਤੀ ਜਾਵੇ, ਗੱਲਬਾਤ ਕੀਤੀ ਜਾਵੇ, ਤਾਂ ਜੋ ਇਹੋ ਜਿਹੇ ਮਸਲਿਆਂ ਨੂੰ ਜਿਹੜਾ ਹੈਗਾ ਬੈਠ ਕੇ ਹੱਲ ਕੀਤਾ ਜਾਵੇ। ਪਰ ਜੇ ਦੇਖੀਏ ਤਾਂ ਇਹੋ ਜਿਹੀ ਚੀਜ਼ ਜਿਹੜੀ ਹੈਗੀ ਹੈ ਸਾਡੇ ਦੇਸ਼ ਦੀ ਜਮਹੂਰੀਅਤ ਦੇ ਹੱਕ ਵਿੱਚ ਨਹੀਂ ਜਾਂਦੀ। ਪਰ ਦੂਜੇ ਪਾਸੇ ਗੱਲ ਕਰੀਏ ਤਾਂ ਰਾਹੁਲ ਗਾਂਧੀ ਵੱਲੋਂ ਜਿਹੜੀ ਟਿੱਪਣੀ ਕੀਤੀ ਗਈ ਹੈ ਜਿਸ ਦਾ ਕਿ ਭਾਜਪਾ ਵਿਰੋਧ ਕਰ ਰਹੀ ਹੈ, ਤਾਂ ਉਹ ਟਿੱਪਣੀ ਕੋਈ ਆਪਾਂ ਕਹੀਏ ਕਿ ਉਹ ਦੇਸ਼ ਵਿਰੋਧੀ ਦਿਖਾਈ ਨਹੀਂ ਦਿੰਦੀ, ਕਿਉਂਕਿ ਜੇ ਉਸ ਟਿੱਪਣੀ ਨੂੰ ਸਾਡੇ ਸਿਆਸੀ ਮਾਹਰ ਵੀ ਉਸ ਦੀ ਕੋਕ ਕਰਦੇ ਨੇ, ਅਸੀਂ ਵੀ ਕੋਕ ਕਰਦੇ ਹਾਂ, ਤੁਸੀਂ ਵੀ ਦੇਖੋਗੇ ਤਾਂ ਪਤਾ ਲੱਗਦਾ ਵੀ ਕਿ ਰਾਹੁਲ ਗਾਂਧੀ ਨੇ ਉੱਥੇ ਕੋਈ ਵੀ ਸਰਕਾਰ ਦੇ ਵਿਰੁੱਧ ਜਾਂ ਸਾਡੇ ਦੇਸ਼ ਦੇ ਵਿਰੁੱਧ ਕੁਝ ਨਹੀਂ ਕਿਹਾ। ਉਹਨਾਂ ਨੇ ਦੇਸ਼ ਦੇ ਵਿੱਚ ਜੋ ਇਸ ਸਮੇਂ ਪ੍ਰਕਿਰਿਆ ਚੱਲ ਰਹੀ ਹੈ ਉਸ ਤੇ ਸਵਾਲ ਖੜੇ ਕੀਤੇ ਨੇ ਕਿ ਦੇਸ਼ ਦੇ ਵਿੱਚ ਜੋ ਸਰਕਾਰ ਜਿਸ ਢੰਗ ਨਾਲ ਹੁਣ ਇਸ ਸਮੇਂ ਕੰਮ ਕਰ ਰਹੀ ਹੈ ਉਹ ਬਿਲਕੁਲ ਹੀ ਉੱਥੇ ਜਮਹੂਰੀਅਤ ਦੇ ਖਿਲਾਫ ਹੈ, ਵੀ ਕਿ ਜਮਹੂਰੀਅਤ ਖਤਮ ਹੋਣ ਕੰਢੇ ਜਿਹੜੀ ਹੈਗੀ ਸਾਡੇ ਦੇਸ਼ 'ਚ ਪਹੁੰਚ ਚੁੱਕੀ ਹੈ। ਤੇ ਇਹ ਕੋਈ ਮਤਲਬ ਦੇਸ਼ ਦੇ ਵਿਰੁੱਧ ਕਹਿਣਾ ਨਹੀਂ ਹੈ, ਬਲਕਿ ਦੇਸ਼ ਦੇ ਵਿੱਚ ਜਿਹੜਾ ਸਿਸਟਮ ਚੱਲ ਰਿਹਾ ਉਸ ਤੇ ਸਵਾਲ ਖੜੇ ਕੀਤੇ ਨੇ। ਇਹ ਸਵਾਲ ਖੜੇ ਕਰਨਾ ਹਰ ਕਿਸੇ ਦਾ ਅਧਿਕਾਰ ਹੈ ਵੀ ਜੇਕਰ ਸਰਕਾਰ ਦੇਸ਼ ਦੇ ਵਿੱਚ ਸਹੀ ਕੰਮ ਨਹੀਂ ਕਰੇਗੀ, ਜਿਹੜੀ ਸੱਤਾਧਾਰੀ ਧਿਰ ਹੈ ਉਹ ਲੋਕਾਂ ਦੇ ਹਿੱਤ 'ਚ ਕੰਮ ਨਹੀਂ ਕਰੇਗੀ, ਤਾਂ ਉਸ ਬਾਰੇ ਗੱਲਬਾਤ ਕਰਨਾ ਹਰ ਕਿਸੇ ਦਾ ਅਧਿਕਾਰ ਹੈ। ਕੋਈ ਵੀ ਕਿਤੇ ਵੀ ਜਾ ਕੇ ਗੱਲ ਕਰ ਸਕਦਾ। ਜੇਕਰ ਰਾਹੁਲ ਗਾਂਧੀ ਨੇ ਵਿਦੇਸ਼ ਦੀ ਧਰਤੀ ਤੇ ਇਹ ਗੱਲ ਕੀਤੀ ਹੈ ਤਾਂ ਕੋਈ ਮਤਲਬ ਉਸਨੂੰ ਅਸੀਂ ਦੇਸ਼ ਵਿਰੋਧੀ ਨਹੀਂ ਕਹਿ ਸਕਦੇ ਜਾਂ ਇਹ ਨਹੀਂ ਕਹਿ ਸਕਦੇ ਉਹਨਾਂ ਨੇ ਦੇਸ਼ ਦੇ ਵਿਰੁੱਧ ਜਾ ਕੇ ਜਿਹੜਾ ਹੈਗਾ ਕੁਝ ਕੀਤਾ। ਜੇਕਰ ਇਹੋ ਜਿਹਾ ਕੁਝ ਹੋਇਆ ਵੀ ਹੈ ਤਾਂ ਚਾਹੀਦਾ ਵੀ ਕਿ ਇਹ ਵੀ ਸੰਸਦ ਦੇ ਵਿੱਚ ਬੈਠ ਕੇ ਗੱਲਬਾਤ ਹੋਣੀ ਚਾਹੀਦੀ ਹੈ ਵੀ ਕਿ ਇਸ ਬਾਰੇ ਵੀ ਗੱਲਬਾਤ ਕਰਕੇ ਜਿਹੜਾ ਹੈਗਾ ਮਸਲੇ ਨੂੰ ਜਿਹੜਾ ਹੈਗਾ ਹੱਲ ਕੀਤਾ ਜਾਣਾ ਚਾਹੀਦਾ। ਪਰ ਜੇ ਗੱਲ ਕਰੀਏ ਤਾਂ ਸਾਡੀ ਸੰਸਦ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਮੁੱਦਿਆਂ ਤੇ ਰੌਲਾ ਤਾਂ ਬਹੁਤ ਪੈਂਦਾ ਰਿਹਾ, ਜਦੋਂ ਕਿ ਸੰਸਦ ਦਾ ਅਸਲ ਮੰਤਵ ਹੈ ਲੋਕਾਂ ਦੇ ਹਿੱਤ 'ਚ ਨੀਤੀਆਂ ਬਣਾਉਣਾ, ਲੋਕਾਂ ਦੇ ਹਿੱਤ 'ਚ ਕੰਮ ਕਰਨਾ, ਫੈਸਲੇ ਲੈਣਾ। ਪਰ ਰੌਲੇ ਤੋਂ ਇਲਾਵਾ ਕਦੀ ਵੀ ਲੋਕ ਪੱਖੀ ਕੰਮ ਨਹੀਂ ਕੀਤੇ ਗਏ ਉੱਥੇ, ਨਾ ਹੀ ਹੁੰਦੇ ਹੋਏ ਦਿਖਾਈ ਦੇ ਰਹੇ ਨੇ। ਰਾਜਨੀਤਿਕ ਪਾਰਟੀਆਂ ਆਪਣਾ ਰਾਜਨੀਤਿਕ ਤੌਰ 'ਤੇ ਸਿਆਸੀ ਲਾਹਾ ਲੈਣ ਲਈ ਉੱਥੇ ਸਮੇਂ-ਸਮੇਂ 'ਤੇ ਰੋਸ ਪ੍ਰਦਰਸ਼ਨ ਕਰਦੀਆਂ ਨੇ, ਵਾਕਆਊਟ ਕਰਦੀਆਂ ਨੇ ਜਾਂ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ਾਂ ਕਰਦੀਆਂ ਨੇ। ਪਰ ਕਦੇ ਵੀ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਲੌਜੀਕਲੀ ਜਿਹੜਾ ਹੈਗਾ ਵੱਖ-ਵੱਖ ਮੁੱਦਿਆਂ 'ਤੇ ਬਹਿਸ ਨਹੀਂ ਕੀਤੀ ਗਈ, ਜੋ ਕਿ ਉਹਨਾਂ ਨੂੰ ਕੀਤੀ ਜਾਣੀ ਚਾਹੀਦੀ ਹੈ। ਪਰ ਲੋੜ ਇਹੀ ਹੈ ਕਿਉਂਕਿ ਅੱਜ ਦੇਸ਼ ਦੇ ਵਿੱਚ ਸਾਡੇ 'ਚ ਜੇ ਗੱਲ ਕਰੀਏ ਤਾਂ ਮਹਿੰਗਾਈ ਸਭ ਤੋਂ ਵੱਡਾ ਮੁੱਦਾ ਬਣ ਕੇ ਉੱਭਰ ਰਿਹਾ। ਦੇਸ਼ 'ਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ, ਪੈਟਰੋਲ, ਡੀਜ਼ਲ, ਗੈਸ ਸਿਲੰਡਰ ਦੀਆਂ ਕੀਮਤਾਂ ਵੱਧ ਰਹੀਆਂ ਨੇ। ਇਸ ਦੇ ਨਾਲ ਹੀ ਰੁਜ਼ਗਾਰ ਇੱਕ ਵੱਡਾ ਮੁੱਦਾ ਬਣ ਚੁੱਕਿਆ ਕਿ ਬੇਰੁਜ਼ਗਾਰੀ ਸਾਡੇ ਦੇਸ਼ 'ਚ ਵੱਧਦੀ ਜਾ ਰਹੀ ਹੈ। ਇਸੇ ਦੇ ਕਰਕੇ ਸਾਡੀ ਨੌਜਵਾਨੀ ਜਿਹੜੀ ਹੈਗੀ ਹੈ ਲਗਾਤਾਰ ਆਪਣਾ ਦੇਸ਼ ਛੱਡ ਕੇ ਜਿਹੜਾ ਹੈਗਾ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਹੀ ਹੈ। ਇਸ ਤੋਂ ਇਲਾਵਾ ਗੱਲ ਕਰੀਏ ਸਾਡੀ ਕਿਸਾਨੀ ਸੰਕਟ ਦੇ ਦੌਰ 'ਚੋਂ ਨਿਕਲ ਰਹੀ ਹੈ। ਸਾਡੇ ਦੇਸ਼ ਦੇ ਮਜ਼ਦੂਰ ਰੋਜ਼ ਖੁਦਕੁਸ਼ੀਆਂ ਕਰ ਰਹੇ ਨੇ। ਸਾਡੇ ਦੇਸ਼ 'ਚ ਸਨਅਤੀ ਖੇਤਰ ਹੈ ਉਹ ਲਗਾਤਾਰ ਪਛੜਦਾ ਜਾ ਰਿਹਾ। ਕੋਈ ਵੱਡੀਆਂ ਕੰਪਨੀਆਂ ਸਾਡੇ ਦੇਸ਼ 'ਚ ਕੋਈ ਬਹੁਤੀ ਇਨਵੈਸਟਮੈਂਟ ਕਰਨ ਲਈ ਤਿਆਰ ਨਹੀਂ ਹੋ ਰਹੀਆਂ। ਹੋਰ ਇਸ ਤੋਂ ਇਲਾਵਾ ਅਨੇਕਾਂ ਜਿਹੜੇ ਨੇ ਮੁੱਦੇ ਵਿਚਾਰਨਯੋਗ ਨੇ, ਚਾਹੇ ਸਾਡੇ ਦੇਸ਼ ਦੀ ਸਿਹਤ ਪ੍ਰਬੰਧਾਂ ਨੂੰ ਲੈ ਕੇ ਗੱਲ ਕਰ ਲਓ, ਸਿੱਖਿਆ ਦੇ ਸਿਸਟਮ 'ਤੇ ਗੱਲ ਕਰੀਏ, ਹੋਰ ਵੀ ਇਸ ਤਰ੍ਹਾਂ ਦੇ ਕਈ ਮੁੱਦੇ ਨੇ। ਲਾਅ ਐਂਡ ਆਰਡਰ ਦਾ ਮੁੱਦਾ ਹੈ ਦੇਸ਼ ਦੇ ਵਿੱਚ, ਨਸ਼ਿਆਂ ਦੇ ਪਸਾਰ ਦਾ ਮੁੱਦਾ ਹੈ। ਇਹ ਕੋਈ ਇੱਕ ਦੋ ਸੂਬੇ ਦਾ ਨਹੀਂ, ਪੂਰੇ ਦੇਸ਼ ਭਰ ਦੇ ਵਿੱਚ ਇਹ ਜਿਹੜਾ ਹੈਗਾ ਨਸ਼ਿਆਂ ਦਾ ਮੁੱਦਾ ਜਿਹੜਾ ਹੈਗਾ ਪਸਰਿਆ ਹੋਇਆ। ਲਾਅ ਐਂਡ ਆਰਡਰ ਹੈ, ਹੋਰ ਜਿਹੜਾ ਹੈਗਾ ਕਈ ਤਰ੍ਹਾਂ ਦੇ ਮੁੱਦੇ ਜਿਹੜੇ ਨੇ ਉਹਨਾਂ ਦੀ ਚਰਚਾ ਦੀ ਲੋੜ ਹੈ, ਉਹਨਾਂ 'ਤੇ ਹੱਲ ਕੱਢਣ ਦੀ ਲੋੜ ਹੈ। ਕਿਉਂਕਿ ਸਾਡੇ ਦੇਸ਼ ਦੇ ਵਿੱਚ ਵੱਡੀ ਗਿਣਤੀ 'ਚ ਲੋਕ ਜਿਹੜਾ ਹੈਗਾ ਬਿਨਾਂ ਛੱਤ ਤੋਂ ਗੁਜ਼ਾਰਾ ਕਰ ਰਹੇ ਨੇ, ਭਰਪੇਟ ਭੋਜਨ ਨਹੀਂ ਉਹਨਾਂ ਨੂੰ ਮਿਲ ਪਾ ਰਿਹਾ। ਭਾਵੇਂ ਕਿ ਸਰਕਾਰ ਦੇਸ਼ ਦੇ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦੇਣ ਦਾ ਦਾਅਵਾ ਕਰ ਰਹੀ ਹੈ ਵੀ ਕਿ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ, ਪਰ
ਅੱਜ ਦੇਸ਼ ਦੇ ਵਿੱਚ ਇਹੋ ਜਿਹੇ ਹਾਲਾਤ ਕਿਉਂ ਬਣੇ ਵੀ ਕਿ ਸਾਡੇ ਦੇਸ਼ 'ਚ 80 ਕਰੋੜ ਲੋਕ ਹਲੇ ਵੀ ਜਿਹੜੇ ਨੇ ਭਰਪੇਟ ਭੋਜਨ ਨਹੀਂ ਖਾ ਪਾ ਰਹੇ, ਭਰਪੇਟ ਭੋਜਨ ਕਮਾ ਨਹੀਂ ਪਾ ਰਹੇ। ਇਹਨਾਂ ਬਾਰੇ ਕੋਈ ਵੀ ਵਿਚਾਰ ਚਰਚਾ ਕਰਨ ਨੂੰ ਤਿਆਰ ਨਹੀਂ ਹੈ। ਲੋੜ ਇਹੀ ਹੈ, ਚਾਹੇ ਉਹ ਸਾਡੀ ਸੱਤਾਧਾਰੀ ਧਿਰ ਹੈ ਚਾਹੇ ਵਿਰੋਧੀ ਧਿਰ ਹੈ, ਵੀ ਕਿ ਉਹਨਾਂ ਨੂੰ ਸੰਸਦ ਦੇ ਵਿੱਚ ਆਉਣਾ ਚਾਹੀਦਾ, ਬੈਠਣਾ ਚਾਹੀਦਾ। ਇਹ ਜਿੰਨੇ ਵੀ ਦੇਸ਼ ਦੇ ਵਿਕਾਸ ਲਈ, ਦੇਸ਼ ਦੀ ਤਰੱਕੀ ਲਈ, ਲੋਕਾਂ ਦੇ ਭਲੇ ਲਈ ਜਿਹੜੇ ਇਹੋ ਜਿਹੇ ਮੁੱਦੇ ਨੇ, ਉਹਨਾਂ ਸਾਰਿਆਂ ਬਾਰੇ ਵਿਚਾਰ ਚਰਚਾ ਕਰਨੀ ਚਾਹੀਦੀ ਹੈ, ਤਾਂ ਜੋ ਦੇਸ਼ ਇੱਕ ਤਰੱਕੀ ਦੀ ਰਾਹ ਤੇ ਵੱਧ ਸਕੇ ਅੱਗੇ। ਤੇ ਲੋਕਾਂ ਨੂੰ, ਚਾਹੇ ਬੇਰੁਜ਼ਗਾਰੀ, ਮਹਿੰਗਾਈ, ਕਿਸਾਨੀ ਮਜ਼ਦੂਰਾਂ ਨੂੰ ਜਾਂ ਹੋਰ ਵੱਖ-ਵੱਖ ਵਰਗਾਂ ਨੂੰ ਜਿਹੜੀ ਇਸ ਤਰ੍ਹਾਂ ਦੀ ਸਮੱਸਿਆਵਾਂ ਆ ਰਹੀਆਂ, ਉਹਨਾਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਸਕੇ ਤੇ ਦੇਸ਼ 'ਚ ਜਿਹੜੀ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਇਸ ਤੇ ਨੱਥ ਪਾਈ ਜਾ ਸਕੇ ਤੇ ਲੋਕਾਂ ਦੀ ਆਮਦਨ ਵਧਾਈ ਜਾ ਸਕੇ। ਇਹਨਾਂ ਸਾਰੇ ਮੁੱਦਿਆਂ ਤੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ। ਉਹ ਤਦੀ ਹੋਵੇਗੀ ਜੇਕਰ ਸੰਸਦ ਬੈਠੇਗੀ, ਸੰਸਦ ਦਾ ਸੈਸ਼ਨ ਲੱਗੇਗਾ, ਦੋਵੇਂ ਤਿੰਨੋਂ ਸਿਆਸੀ ਧਿਰਾਂ ਉੱਥੇ ਸਾਰੀਆਂ ਸ਼ਾਮਲ ਹੋਣਗੀਆਂ, ਸਾਰੇ ਨੁਮਾਇੰਦੇ ਹਾਜ਼ਰ ਹੋਣਗੇ, ਸਾਰੇ ਆਪਣੀਆਂ ਆਪਣੀਆਂ ਗੱਲਾਂ ਰੱਖਣਗੇ, ਤਦੀ ਸਰਕਾਰ ਜਿਹੜੇ ਹੈਗਾ ਕੋਈ ਫੈਸਲੇ ਤੇ ਪਹੁੰਚ ਸਕੇਗੀ। ਜੇਕਰ ਨਹੀਂ ਪਹੁੰਚਦੀ ਤਾਂ ਵਿਰੋਧੀ ਧਿਰ ਫਿਰ ਉੱਥੇ ਵਿਰੋਧ ਕਰ ਸਕਦਾ, ਆਪਣੀ ਵਿਰੋਧ ਦੇ ਰੂਪ ਦੇ ਵਿੱਚ ਗੱਲ ਰੱਖ ਸਕਦਾ, ਪਰ ਵਾਕਆਊਟ ਕਰਨਾ ਵੀ ਕੋਈ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ। ਲੋੜ ਇਹੀ ਹੁੰਦੀ ਹੈ ਕਿ ਸੰਸਦ ਦੇ ਵਿੱਚ ਰਹਿ ਕੇ ਆਪਣੀ ਗੱਲ ਰੱਖੀ ਜਾਵੇ, ਤਾਂ ਜੋ ਸਰਕਾਰ ਨੂੰ ਵੀ ਸੁਣਨਾ ਪਵੇ ਤੇ ਦੇਸ਼ ਦੇ ਸਾਡੇ 140 ਕਰੋੜ ਲੋਕਾਂ ਤੱਕ ਵੀ ਉਹ ਗੱਲ ਪਹੁੰਚੇ ਵੀ ਕਿ ਜਿਹੜਾ ਹੈਗਾ, ਚਾਹੇ ਉਹ ਸੱਤਾਧਾਰੀ ਧਿਰ ਹੈ ਚਾਹੇ ਵਿਰੋਧੀ ਧਿਰ ਹੈ, ਵੀ ਕਿ ਉਹਨਾਂ ਵੱਲੋਂ ਲੋਕਾਂ ਦੇ ਹੱਕ ਦੇ ਵਿੱਚ ਕੀ ਆਵਾਜ਼ ਬੁਲੰਦ ਕੀਤੀ ਗਈ ਹੈ, ਕੀ ਆਵਾਜ਼ ਚੁੱਕੀ ਗਈ ਹੈ। ਤੇ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਲੋਕਾਂ ਦੇ ਹੱਕ 'ਚ ਕੋਈ ਨਾ ਕੋਈ ਵੱਡਾ ਫੈਸਲਾ ਲਿੱਤਾ ਜਾ ਸਕਦਾ। ਪਰ ਦੇਖਣਾ ਇਹੀ ਹੋਵੇਗਾ ਕਿ ਕੁਝ ਦਿਨਾਂ ਤੋਂ ਤਾਂ ਸੰਸਦ ਦਾ ਸੈਸ਼ਨ ਬੰਦ ਹੈ। ਕੀ ਉਹ ਸੰਸਦ ਦਾ ਸੈਸ਼ਨ ਕਦੋਂ ਸ਼ੁਰੂ ਹੁੰਦਾ ਹੈ, ਕੀ ਉੱਥੇ ਕੰਮਕਾਜ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਪੰਜਾਬੀ ਟ੍ਰਿਬਿਊਨ ਵੱਲੋਂ ਤੁਹਾਡੇ ਤੱਕ ਲਗਾਤਾਰ ਇਹੋ ਜਿਹੇ ਜਨਤਕ ਮੁੱਦਿਆਂ ਨੂੰ, ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਅੱਗੇ ਰੱਖਿਆ ਜਾਵੇਗਾ, ਤੁਹਾਡੇ ਅੱਗੇ ਉਭਾਰਿਆ ਜਾਵੇਗਾ। ਤੇ ਸਾਡੇ ਨਾਲ ਜੁੜੇ ਰਹੋ ਪੰਜਾਬੀ ਟ੍ਰਿਬਿਊਨ ਦੇ YouTube ਚੈਨਲ ਤੇ ਫੇਸਬੁੱਕ ਪੇਜ ਤੇ ਕੱਲ ਨੂੰ ਫਿਰ ਇਸੇ ਸਮੇਂ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।